ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਮੰਨੇ ਗਏ ਪੰਜ ਤਖਤਾਂ ਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਵਡਿਆਈ ਸਭ ਨਾਲੋਂ ਜ਼ਿਆਦਾ ਪ੍ਰਚਾਰੀ ਗਈ ਹੈ ਔਰ ਆਖਿਆ ਗਿਆ ਹੈ ਕਿ ਇਹ ਅਕਾਲ ਦਾ ਤਖਤ ਹੈ ਜਿਸ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪ ਬਣਵਾਇਆ। ਕੇਵਲ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਦੇ ਹੱਥੋਂ ਇਸ ਤਖਤ ਦੀ ਚਿਣਵਾਈ ਕਰਵਾਈ ਔਰ ਹੋਰ ਕਿਸੇ ਵੀ ਕਾਰੀਗਰ ਦਾ ਹੱਥ ਜਿਹੜਾ ਹੈ ਇਸ ਤਖਤ ਦੀ ਉਸਾਰੀ ਵਾਸਤੇ ਨਹੀਂ ਲਗਾਇਆ ਗਿਆ। ਇਸੇ ਤਰ੍ਹਾਂ ਸਾਡੇ ਹੋਰ ਜਿਤਨੇ ਵੀ ਗੁਰਦੁਆਰੇ ਹਨ, ਗੁਰ ਅਸਥਾਨ ਹਨ, ਉਹਨਾਂ ਸਾਰਿਆਂ ਦੇ ਨਾਲੋਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਵਡਿਆਈ ਸਭ ਨਾਲੋਂ ਜ਼ਿਆਦਾ ਪ੍ਰਚਾਰੀ ਗਈ। ਉਸ ਨੂੰ ਹਰਿਮੰਦਰ ਸਾਹਿਬ ਵੀ ਆਖਿਆ ਗਿਆ ਔਰ ਸਾਡੇ ਕਈ ਪ੍ਰਚਾਰਕਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਦੇ ਹਵਾਲੇ ਵੀ ਦਰਬਾਰ ਸਾਹਿਬ ਜੀ ਦੇ ਨਾਲ ਜੋੜ ਕੇ ਦਿੱਤੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਇਹ ਸ਼ਬਦ ਸਤਿਗੁਰਾਂ ਨੇ ਦਰਬਾਰ ਸਾਹਿਬ ਦੀ ਵਡਿਆਈ ਵਾਸਤੇ, ਹਰਿਮੰਦਰ ਸਾਹਿਬ ਜੀ ਦੀ ਵਡਿਆਈ ਵਾਸਤੇ ਉਚਾਰਨ ਕੀਤਾ ਸੀ। ਔਰ ਇਸੇ ਤਰੀਕੇ ਦੇ ਨਾਲ ਜਿਤਨੇ ਵੀ ਸਾਡੇ ਹੋਰ ਸਰੋਵਰ ਹਨ, ਹੋਰ ਤਲਾਅ ਹਨ, ਬੌਲੀਆਂ ਹਨ, ਉਹਨਾਂ ਸਾਰਿਆਂ ਦੇ ਨਾਲੋਂ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਵਡਿਆਈ ਜਿਹੜੀ ਹੈ ਉਹ ਸਭ ਨਾਲੋਂ ਜ਼ਿਆਦਾ ਪ੍ਰਚਾਰੀ ਗਈ। ਔਰ ਇਸੇ ਤਰੀਕੇ ਦੇ ਨਾਲ ਹੀ ਸੰਪਰਦਾਇ ਪ੍ਰਚਾਰਕਾਂ ਨੇ ਗੁਰਬਾਣੀ ਦੇ ਪ੍ਰਮਾਣ ਉਸ ਸਰੋਵਰ ਦੀ ਵਡਿਆਈ ਬਿਆਨ ਕਰਨ ਵਾਸਤੇ ਵੀ ਦਿੱਤੇ ਕਿ ਜਿਹੜੇ ਸ਼ਬਦ ਸਤਿਗੁਰਾਂ ਨੇ ਆਖੇ ਹਨ। ਰਾਮਦਾਸ ਸਰੋਵਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤੀ ਗਈ ਹੈ। ਉਹ ਰਾਮਦਾਸ ਸਰੋਵਰ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਵਾਲਾ ਸਰੋਵਰ ਹੈ। ਖੈਰ, ਜਿਸ ਤਰੀਕੇ ਦੇ ਨਾਲ ਇਹਨਾਂ ਤਿੰਨ ਅਸਥਾਨਾਂ ਦੀ ਵਡਿਆਈ ਸਾਡੇ ਪ੍ਰਚਾਰਕਾਂ ਨੇ ਸਟੇਜਾਂ ਤੋਂ ਅੱਜ ਤੱਕ ਪ੍ਰਚਾਰੀ ਹੈ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਗੱਲ ਹੋਵੇ, ਦਰਬਾਰ ਸਾਹਿਬ ਜੀ ਦੀ ਗੱਲ ਹੋਵੇ, ਅੰਮ੍ਰਿਤਸਰ ਦੇ ਸਰੋਵਰ ਦੀ ਗੱਲ ਹੋਵੇ, ਉਸ ਨੂੰ ਜੇ ਆਪਾਂ ਇੱਕ ਪਾਸੇ ਰੱਖ ਵੀ ਲਈਏ ਤਾਂ ਫਿਰ ਵੀ ਸਾਡੇ ਸਿੱਖ ਜਗਤ ਦੇ ਅੰਦਰ ਇਸ ਗੱਲ ਨੂੰ ਮਾਨਤਾ ਦਿੱਤੀ ਗਈ ਹੈ ਕਿ ਇਹ ਅਸਥਾਨ ਜਿਹੜੇ ਹਨ ਇਹ ਸਿੱਖੀ ਦੇ ਕੇਂਦਰ ਹਨ, ਸਿੱਖੀ ਦੇ ਧੁਰੇ ਹਨ। ਪਰ ਦੂਸਰੇ ਪਾਸੇ ਜਿਹੜੇ ਸਾਡੇ ਆਖੇ ਜਾਂਦੇ ਇਤਿਹਾਸਕ ਸਰੋਤ ਹਨ, ਜਿਨ੍ਹਾਂ ਨੂੰ ਅਸੀਂ ਆਪਣੇ ਇਤਿਹਾਸ ਦੇ ਸੋਮੇ ਮੰਨਦੇ ਹਾਂ, ਉਚੇਚੇ ਤੌਰ ਤੇ ਸੂਰਜ ਪ੍ਰਕਾਸ਼ ਗ੍ਰੰਥ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ, ਜਿਸ ਦੀ ਕਥਾ ਹਰ ਰੋਜ਼ ਸਾਡੇ ਬਹੁਤੇ ਧਾਰਮਿਕ ਅਸਥਾਨਾਂ ਦੇ ਉੱਤੇ, ਇਤਿਹਾਸਕ ਅਸਥਾਨਾਂ ਦੇ ਉੱਤੇ ਨਿਤਾ ਪ੍ਰਤੀ ਸ਼ਾਮ ਦੇ ਵੇਲੇ ਕੀਤੀ ਜਾਂਦੀ ਹੈ ਕਿ ਉਹਨਾਂ ਗ੍ਰੰਥਾਂ ਦੇ ਅੰਦਰ ਇਹਨਾਂ ਅਸਥਾਨਾਂ ਦੀ ਇਹੀ ਵਡਿਆਈ ਹੈ ਜੋ ਅਸੀਂ ਅੱਜ ਪ੍ਰਚਾਰਦੇ ਹਾਂ ਜਾਂ ਜੋ ਅਸੀਂ ਅੱਜ ਮੰਨਦੇ ਹਾਂ। ਬਦਕਿਸਮਤੀ ਹੈ ਕਿ ਅਸੀਂ ਪ੍ਰਚਾਰਕਾਂ ਨੇ ਇਹਨਾਂ ਗ੍ਰੰਥਾਂ ਦਾ ਕੇਵਲ ਇੱਕ ਪੱਖ ਜਿਹੜਾ ਹੈ ਉਹ ਸੰਗਤ ਦੇ ਅੱਗੇ ਰੱਖਿਆ ਹੈ। ਦੁਨੀਆ ਦੇ ਅੰਦਰ ਅੱਜ ਕੋਈ ਵੀ ਐਸਾ ਗੁਰਦੁਆਰਾ ਨਹੀਂ ਹੈ, ਕੋਈ ਵੀ ਐਸੀ ਸਾਡੀ ਸਟੇਜ ਨਹੀਂ ਹੈ, ਕੋਈ ਵੀ ਐਸਾ ਇਤਿਹਾਸਕ ਅਸਥਾਨ ਨਹੀਂ ਹੈ ਜਿਸ ਅਸਥਾਨ ਤੋਂ, ਜਿਸ ਸਟੇਜ ਤੋਂ ਸਾਡੇ ਆਖੇ ਜਾਂਦੇ ਇਹਨਾਂ ਇਤਿਹਾਸਕ ਗ੍ਰੰਥਾਂ ਦਾ ਦੂਸਰਾ ਪੱਖ ਜਿਹੜਾ ਹੈ ਉਹ ਸੰਗਤ ਦੇ ਸਾਹਮਣੇ ਰੱਖਿਆ ਜਾਂਦਾ ਹੋਵੇ। ਇਹਨਾਂ ਗ੍ਰੰਥਾਂ ਦੀ ਜਿਹੜੀ ਅਸਲੀਅਤ ਹੈ, ਸਚਾਈ ਹੈ, ਉਹ ਸੰਗਤ ਦੇ ਸਾਹਮਣੇ ਬਿਆਨ ਕੀਤੀ ਜਾਂਦੀ ਹੋਵੇ। ਜਦੋਂ ਵੀ ਇਹਨਾਂ ਗ੍ਰੰਥਾਂ ਦੀ ਕਥਾ ਕੀਤੀ ਜਾਂਦੀ ਹੈ ਉਹ ਇਤਿਹਾਸਕ ਪ੍ਰਸੰਗ ਜਿਹੜੇ ਇਹਨਾਂ ਗ੍ਰੰਥਾਂ ਦੇ ਵਿੱਚ ਲਿਖੇ ਹਨ ਜਾਂ ਉਹਨਾਂ ਨੂੰ ਸਕਿਪ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ।
ਅੱਜ ਦੇ ਇਸ ਐਪੀਸੋਡ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਇਹਨਾਂ 3 ਅਸਥਾਨਾਂ ਦੀ ਜਿਹੜੀ ਅਸਲੀਅਤ, ਜਿਹੜਾ ਪੁਰਾਤਨ ਇਤਿਹਾਸ ਦਰਜ ਕੀਤਾ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਤੇ ਜਿਸ ਵੇਲੇ ਉਸ ਇਤਿਹਾਸ ਨੂੰ ਜੋ ਸੰਤੋਖ ਸਿੰਘ ਨੇ ਲਿਖਿਆ ਹੈ, ਉਸ ਨੂੰ ਆਪ ਖੁਦ ਪੜ੍ਹੋਗੇ, ਸੁਣੋਗੇ, ਧਿਆਨ ਦੇ ਨਾਲ ਉਸ ਨੂੰ ਦੇਖੋਗੇ, ਤਾਂ ਪਤਾ ਚੱਲੇਗਾ ਇਹਨਾਂ ਇਤਿਹਾਸਕ ਗ੍ਰੰਥਾਂ ਅਨੁਸਾਰ ਇਹ ਤਿੰਨੋਂ ਹੀ ਸਾਡੇ ਅਸਥਾਨ ਜਿਹੜੇ ਨੇ, ਚਾਹੇ ਸ਼੍ਰੀ ਅਕਾਲ ਤਖਤ ਹੈ, ਚਾਹੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੈ, ਚਾਹੇ ਅੰਮ੍ਰਿਤਸਰ ਦਾ ਸਰੋਵਰ ਹੈ, ਵਾਸਤਵ ਦੇ ਵਿੱਚ ਇਹ ਸਿੱਖਾਂ ਦੇ ਅਸਥਾਨ ਨਹੀਂ ਹਨ। ਕਵੀ ਸੰਤੋਖ ਸਿੰਘ ਅਨੁਸਾਰ ਇਹ ਤਿੰਨੋਂ ਦੇ ਤਿੰਨੋਂ ਅਸਥਾਨ ਜਿਹੜੇ ਹਨ, ਇਹ ਹਿੰਦੂ ਦੇਵੀ ਦੇਵਤਿਆਂ ਦੇ ਪੁਰਾਤਨ ਅਸਥਾਨ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਪ੍ਰਗਟ ਕੀਤਾ। ਬਲਕਿ ਸੰਤੋਖ ਸਿੰਘ ਅਨੁਸਾਰ ਜਿਹੜੇ ਸਾਡੇ 10 ਗੁਰੂ ਸਾਹਿਬਾਨ ਹਨ, ਅਸਲ ਦੇ ਵਿੱਚ ਉਹ ਸਾਰੇ ਦੇ ਸਾਰੇ ਆਪ ਖੁਦ ਵਿਸ਼ਨੂੰ ਦੇ ਅਵਤਾਰ ਹਨ, ਹਿੰਦੂ ਦੇਵੀ ਦੇਵਤਿਆਂ ਦੇ ਅਵਤਾਰ ਹਨ। ਮੈਂ ਸੰਖੇਪ ਦੇ ਵਿੱਚ ਅੱਜ ਉਹ ਪ੍ਰਸੰਗ ਜਿਹੜਾ ਹੈ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਆਓ ਆਪਾਂ ਦੇਖਦੇ ਹਾਂ ਕਿ ਇਹਨਾਂ ਤਿੰਨਾਂ ਅਸਥਾਨਾਂ ਦੇ ਬਾਰੇ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਕੀ ਕੁਝ ਬਿਆਨ ਕੀਤਾ ਹੈ। ਤੁਸੀਂ ਸਕਰੀਨ ਦੇ ਉੱਪਰ ਦੇਖੋ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਦੂਸਰੀ ਹੈ, ਉਸ ਦਾ 11ਵਾਂ ਅਧਿਆਇ ਹੈ, ਜਿਸ ਦਾ ਸਿਰਲੇਖ ਹੈ ਤੀਰਥ ਪ੍ਰਗਟਾਉਣ ਹਿਤ ਗੁਰੂ ਜੀ ਨੇ ਵਿਚਾਰਨਾ। ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਇੱਥੇ ਬਿਆਨ ਕੀਤਾ ਜਾ ਰਿਹਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਤੀਰਥ ਪ੍ਰਗਟ ਕਰਨ ਦਾ ਵਿਚਾਰਦੇ ਹਨ। ਉਹਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਇੱਕ ਕਥਾ ਲਿਖੀ ਹੈ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਸੰਖੇਪ ਦੇ ਵਿੱਚ, ਕਿਉਂਕਿ ਪ੍ਰਸੰਗ ਕਾਫੀ ਲੰਬੇਰਾ ਹੈ। ਮੈਂ ਚਾਹੁੰਦਾ ਹਾਂ ਥੋੜੇ ਸਮੇਂ ਦੇ ਅੰਦਰ ਉਹ ਸਾਰਾ ਪ੍ਰਸੰਗ ਇੱਕੋ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦੇਵਾਂ। ਉਹਦੇ ਵਿੱਚ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਤਿੰਨ ਸ਼੍ਰੀ ਅਮਰ ਮਨੋਰਥ ਕਰਕੇ ਸਭ ਬਿਦ ਨੀਕੇ ਹਿਰਦੇ ਵਿਚਰ ਕੇ ਸਤਜੁਗ ਕੋ ਤੀਰਥ ਦੁਰ ਰਹਿਓ ਚਰੰਗ ਕਾਲ ਪਾ ਕਿਨਹੂ ਨਾ ਲਹਿਓ। ਕਿ ਗੁਰੂ ਅਮਰਦਾਸ ਪਾਤਸ਼ਾਹ ਵਿਚਾਰ ਕਰਦੇ ਨੇ ਕਿ ਸਤਜੁਗ ਦੇ ਸਮੇਂ ਦਾ ਇੱਕ ਤੀਰਥ ਛੁਪਿਆ ਹੋਇਆ ਹੈ, ਲੰਬਾ ਸਮਾਂ ਹੋ ਗਿਆ, ਕਿਸੇ ਨੇ ਉਸ ਤੀਰਥ ਨੂੰ ਅਜ ਤੱਕ ਲੱਭਿਆ ਨਹੀਂ, ਤੇ ਆਪਾਂ ਉਸ ਤੀਰਥ ਨੂੰ ਲੱਭ ਕੇ ਉਸ ਤੀਰਥ ਨੂੰ ਪ੍ਰਗਟ ਕਰਨਾ ਹੈ। ਤੇ ਉਸ ਤੀਰਥ ਦਾ ਪੁਰਾਤਨ ਇਤਿਹਾਸ ਇਹ ਹੈ ਕਿ ਸਤਜੁਗ ਦੇ ਵਿੱਚ ਇੱਕ ਵਾਰੀ ਪ੍ਰਜਾ ਨੇ ਬ੍ਰਹਮਾ ਦੇ ਪਾਸ ਪੁਕਾਰ ਕੀਤੀ। ਬ੍ਰਹਮਾ ਨੂੰ ਆਖਿਆ ਕਿ ਸਾਡੇ ਕੋਲ ਰਾਜਾ ਕੋਈ ਨਹੀਂ ਹੈ ਜਿਹੜਾ ਸਾਡਾ ਧਿਆਨ ਰੱਖ ਸਕੇ, ਇਸ ਵਾਸਤੇ ਸਾਨੂੰ ਕੋਈ ਵਧੀਆ ਜਿਹਾ ਰਾਜਾ ਦੇਵੋ ਜਿਹੜਾ ਸਾਡਾ ਭਾਵ ਪ੍ਰਜਾ ਦਾ ਧਿਆਨ ਰੱਖੇ, ਪ੍ਰਜਾ ਦੀ ਸਹੀ ਤਰੀਕੇ ਦੇ ਨਾਲ ਸਾਂਭ ਸੰਭਾਲ ਕਰ ਸਕੇ। ਸਰਬ ਪ੍ਰਜਾ ਬਿਦ ਪਾਸ ਪੁਕਾਰੀ ਬਿਨ ਰਾਜੇ ਹਮਕੋ ਦੁਖ ਭਾਰੀ ਤਾਂਤੇ ਨਿਜ ਵਿਚਾਰ ਕਰ ਮਨ ਮੈਂ ਦੀਜੈ ਰਾਜਾ ਹੋਏ ਸਭਨ ਮੈਂ। ਤੇ ਸੰਤੋਖ ਸਿੰਘ ਕਹਿੰਦਾ ਕਿ ਸੁਨ ਬ੍ਰਹਮਾ ਔਰ ਉਚਿਤ ਵਿਚਾਰਾ ਮ੍ਰਿਤ ਮੰਡਲ ਬਿਨ ਨਿਰਪ ਦੁਖਿਆਰਾ ਇਹ ਜੋਗ ਇਨ ਬਨੇ ਨਰੇਸ਼ ਬਸੇ ਸੁਖੀ ਤਬ ਪ੍ਰਜਾ ਅਸ਼ੇਸ਼। ਬ੍ਰਹਮਾ ਨੇ ਪ੍ਰਜਾ ਦੀ ਪੁਕਾਰ ਸੁਣੀ ਤੇ ਮਨ ਦੇ ਅੰਦਰ ਵਿਚਾਰਿਆ ਕਿ ਵਾਕਿਆ ਹੀ ਪ੍ਰਜਾ ਦੀ ਸਹੀ ਸਾਂਭ ਸੰਭਾਲ ਕਰਨ ਵਾਸਤੇ ਪ੍ਰਜਾ ਨੂੰ ਇੱਕ ਬਹੁਤ ਵਧੀਆ ਰਾਜੇ ਦੀ ਜ਼ਰੂਰਤ ਹੈ। ਤੋ ਪ੍ਰਜਾ ਨੂੰ ਰਾਜਾ ਦੇਣ ਵਾਸਤੇ ਆਠੋਂ ਲੋਕਪਾਲ ਕੇ ਤਨ ਤੇ ਅੰਸ ਨਿਕਾਸਨ ਕੀਨਸ ਤਿਨ ਤੇ ਆਠੋਂ ਗੁਣ ਜੁਤ ਰਾਜਾ ਕੀਨ ਤਿਸ ਨਿਰਪ ਨਾਮ ਸੁ ਸ਼ੁਭ ਤਰਦੀਨ। ਬ੍ਰਹਮਾ ਨੇ ਕੀ ਕੀਤਾ, 8 ਦੇਵਤੇ ਜਿਹੜੇ ਸੰਤੋਖ ਸਿੰਘ ਕਹਿੰਦਾ 8 ਦਿਸ਼ਾਵਾਂ ਦੇ ਮਾਲਕ ਨੇ, 4 ਦਿਸ਼ਾਵਾਂ ਤੇ 4 ਜਿਹੜੀਆਂ ਉਹਨਾਂ ਦੇ ਵਿਚਕਾਰ ਵਾਲੀਆਂ ਦਿਸ਼ਾਵਾਂ ਹੁੰਦੀਆਂ ਨੇ, ਉਹਨਾਂ 8 ਦਿਸ਼ਾਵਾਂ ਦੇ ਹਿੰਦੂ ਮਤ ਦੇ ਅੰਦਰ
ਵੱਖੋ ਵੱਖਰੇ ਜਿਹੜੇ ਦੇਵਤੇ ਹਨ ਉਹ ਮੰਨੇ ਹਨ। ਇੰਦਰ ਮੰਨਿਆ ਹੈ, ਅਗਨ ਮੰਨਿਆ ਹੈ, ਜਮ ਮੰਨਿਆ ਹੈ, ਸੂਰਜ ਮੰਨਿਆ ਹੈ, ਵਰਣ ਦੇਵਤਾ ਮੰਨਿਆ ਹੈ, ਵਾਯੂ ਦੇਵਤਾ ਮੰਨਿਆ ਹੈ, ਕੁਬੇਰ ਦੇਵਤਾ ਮੰਨਿਆ ਹੈ, ਸੋਮ ਦੇਵਤਾ ਮੰਨਿਆ ਹੈ। ਤੋ ਬ੍ਰਹਮਾ ਨੇ ਕੀ ਕੀਤਾ, ਇਹਨਾਂ 8 ਦੇਵਤਿਆਂ ਦੇ ਸਰੀਰ ਦਾ ਕੁਝ ਹਿੱਸਾ ਲੈ ਕੇ, ਇਹਨਾਂ 8 ਦੇਵਤਿਆਂ ਦੇ ਗੁਣ ਲੈ ਕੇ ਉਹਨੇ ਇੱਕ ਰਾਜੇ ਦੀ ਬਣਤਰ ਬਣਾਈ ਹੈ, ਜਿਸ ਰਾਜੇ ਦਾ ਨਾਮ ਉਸਨੇ ਸ਼ੁਭ ਰੱਖਿਆ ਹੈ। ਇਹਨਾਂ 8 ਦੇਵਤਿਆਂ ਦੇ ਸਰੀਰ ਦਾ ਹਿੱਸਾ ਲੈ ਕੇ ਇੱਕ ਰਾਜੇ ਦੇ ਸਰੀਰ ਦੀ ਬਣਤਰ ਬਣਾਈ ਹੈ ਔਰ ਉਸ ਰਾਜੇ ਦਾ ਨਾਮ ਇਸਨੇ ਸ਼ੁਭ ਰੱਖਿਆ ਹੈ। ਉਹ ਸ਼ੁਭ ਨਾਮੀ ਰਾਜਾ ਜਿਹੜਾ ਹੈ ਉਸਨੇ ਪਰਜਾ ਦੇ ਹਵਾਲੇ ਕੀਤਾ ਹੈ। ਫਿਰ ਤੁਸੀਂ ਅਗਾਂਹ ਜਦੋਂ ਜਾਓਗੇ ਫਿਰ ਦੇਖੋਗੇ ਕਿ ਉਸ ਸ਼ੁਭ ਰਾਜੇ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ, ਪਰਜਾ ਦੀ ਸਹੀ ਤਰੀਕੇ ਦੇ ਨਾਲ ਸਾਂਭ ਸੰਭਾਲ ਕੀਤੀ, ਪਰਜਾ ਨੂੰ ਸੁਖੀ ਤਰੀਕੇ ਦੇ ਨਾਲ ਵਸਾਇਆ। ਸੰਤੋਖ ਸਿੰਘ ਨੇ ਲਿਖਿਆ ਕਿ ਅਵਨੀ ਰਾਜ ਕੀਨ ਚਿਰਕਾਲ, ਪਰਜਾ ਬਸਾਈ ਸਭ ਸੁਖ ਨਾਲ, ਤਿਸਤੇ ਪੀਛੇ ਔਰ ਸੋ ਭਇਓ, ਨਾਮ ਇਖਵਾਕ ਜਾਹੇ ਤਰ ਦਇਓ। ਉਸ ਸ਼ੁਭ ਰਾਜੇ ਤੋਂ ਬਾਅਦ ਇੱਕ ਹੋਰ ਰਾਜਾ ਹੋਇਆ, ਉਸ ਰਾਜੇ ਦਾ ਨਾਮ ਇਖਵਾਕ ਸੀ। ਸਕਰੀਨ ਦੇ ਉੱਪਰ ਤੁਸੀਂ ਦੇਖਦੇ ਹੋ ਕਿ ਉਸ ਸ਼ੁਭ ਰਾਜੇ ਤੋਂ ਬਾਅਦ ਜਿਹੜਾ ਹੋਰ ਰਾਜਾ ਸਤਯੁਗ ਦੇ ਵਿੱਚ ਪੈਦਾ ਹੋਇਆ ਉਸ ਦਾ ਨਾਮ ਸੀ ਇਖਵਾਕ, ਜਿਸ ਨੇ ਬਾਅਦ ਦੇ ਵਿੱਚ ਪਰਜਾ ਦੀ ਸਾਂਭ ਸੰਭਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤੀ। ਸੰਤੋਖ ਸਿੰਘ ਕਹਿੰਦਾ ਪਰਜਾ ਨੂੰ ਉਹ ਆਪਣੇ ਪੁੱਤਰ ਦੀ ਨਿਆਈ ਪ੍ਰਤਪਾਲਦਾ ਸੀ। ਇਹ ਸਾਰੀ ਕਥਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੂੰਹੋਂ ਅਖਵਾਈ ਜਾ ਰਹੀ ਹੈ। ਇਹ ਸਤਯੁਗ ਦੇ ਸਮੇਂ ਦੀ ਕਥਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵਿਚਾਰਦੇ ਨੇ ਕਿ ਸਤਯੁਗ ਦੇ ਸਮੇਂ ਦਾ ਇੱਕ ਤੀਰਥ ਛੁਪਿਆ ਹੋਇਆ ਹੈ, ਲੁਕਿਆ ਹੋਇਆ ਹੈ। ਉਸ ਤੀਰਥ ਨੂੰ ਪ੍ਰਗਟ ਕਰਨਾ ਹੈ। ਉਸ ਤੀਰਥ ਦਾ ਇਤਿਹਾਸ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਖਵਾਕ ਰਾਜਾ ਹੋਇਆ ਸੀ, ਨ੍ਰਿਪ ਇਖਵਾਕ ਬਲੀ ਇੱਕ ਸਾਲ, ਚਹਿਓ ਜਗ ਕੋ ਕਰਨ ਬਸਾਲ। ਉਸ ਦੇ ਮਨ ਦੇ ਅੰਦਰ ਇੱਕ ਵਾਰੀ ਖਿਆਲ ਆਇਆ ਕਿ ਮੈਂ ਬਹੁਤ ਵੱਡਾ ਇੱਕ ਜਗ ਕਰਾਂ। ਤੋ ਜਗ ਕਰਨ ਵਾਸਤੇ ਉਸ ਇਖਵਾਕ ਰਾਜੇ ਨੇ ਸਾਰੀ ਸਮੱਗਰੀ ਜਿਹੜੀ ਹੈ ਉਹ ਇਕੱਤਰ ਕੀਤੀ ਹੈ। ਸਾਰੀ ਸਮੱਗਰੀ ਇਕੱਤਰ ਕਰਨ ਤੋਂ ਬਾਅਦ ਉਸਨੇ ਸਾਰੇ ਦੇਵਤਿਆਂ ਨੂੰ ਜਿਹੜਾ ਹੈ ਉਹ ਸੱਦਾ ਭੇਜਿਆ ਹੈ। ਉਹਨਾਂ ਦੇ ਵਿੱਚੋਂ ਕੁਝ ਇੱਕ ਦੇ ਨਾਮ ਵੀ ਸੰਤੋਖ ਸਿੰਘ ਨੇ ਲਿਖੇ ਹਨ, ਜਿਨ੍ਹਾਂ ਦੇ ਵਿੱਚ ਬ੍ਰਹਮਾ ਦਾ ਨਾਮ ਦਿੱਤਾ ਹੈ, ਇੰਦਰ ਦਾ ਨਾਮ ਦਿੱਤਾ ਹੈ, ਵਿਸ਼ਨੂੰ ਦਾ ਨਾਮ ਦਿੱਤਾ ਹੈ, ਸ਼ਿਵ ਜੀ ਦਾ ਨਾਮ ਦਿੱਤਾ ਹੈ, ਸ਼ੇਸ਼ਨਾਗ ਦਾ ਨਾਮ ਦਿੱਤਾ ਹੈ ਕਿ ਜਿਤਨੇ ਵੀ ਉਸ ਵੇਲੇ ਦੇ ਦੇਵਤੇ ਸਨ, 33 ਕਰੋੜ ਦਾ 33 ਕਰੋੜ ਦੇਵਤਾ ਜਿਹੜਾ ਹੈ ਉਸ ਇਖਵਾਕ ਰਾਜੇ ਨੇ ਉਸ ਜਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੱਦਿਆ। ਔਰ ਇਸ ਤੋਂ ਇਲਾਵਾ ਉਸ ਵੇਲੇ ਦੇ ਜਿਤਨੇ ਵੀ ਬ੍ਰਾਹਮਣ ਸਨ ਉਸ ਧਰਤੀ ਦੇ ਉੱਤੇ ਰਹਿਣ ਵਾਲੇ, ਉਹਨਾਂ ਸਾਰੇ ਬ੍ਰਾਹਮਣਾਂ ਨੂੰ ਵੀ ਇਸ ਨੇ ਬੁਲਾਇਆ ਹੈ ਔਰ ਸਾਰੇ ਜਾਣੇ ਆਏ। ਔਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਸਾਰੀ ਕਥਾ ਨੂੰ ਯਾਦ ਕਰਦੇ ਪਏ ਨੇ, ਵਿਚਾਰਦੇ ਪਏ ਨੇ ਕਿ ਉਸ ਵੇਲੇ ਇੱਕ ਬਹੁਤ ਵੱਡਾ ਜਗ ਜਿਹੜਾ ਹੈ ਇਸ ਧਰਤੀ ਦੇ ਉੱਤੇ ਹੋਇਆ ਸੀ, ਜਿਸ ਜਗ ਦੇ ਵਿੱਚ 33 ਕਰੋੜ ਦੇਵਤਿਆਂ ਨੇ ਹਿੱਸਾ ਲਿਆ ਸੀ। ਔਰ ਫਿਰ ਉਸ ਇਖਵਾਕ ਰਾਜੇ ਨੇ ਉਹਨਾਂ ਸਾਰੇ ਦੇਵਤਿਆਂ ਨੂੰ ਜਥਾਜੋਗ ਉਹਨਾਂ ਦੀਆਂ ਭੇਟਾਵਾਂ ਦਖਣਾ ਆਦਿਕ ਦਿੱਤੀਆਂ ਸਨ। ਫਿਰ ਤੁਸੀਂ ਸਕਰੀਨ ਦੇ ਉੱਤੇ ਦੇਖੋਗੇ ਸੰਤੋਖ ਸਿੰਘ ਲਿਖਦਾ ਕਿ ਸਾਰਿਆਂ ਨੂੰ ਜਿਸ ਵੇਲੇ ਦਕਸ਼ਣਾ ਆਦਿਕ ਦਿੱਤੀ ਗਈ, ਸਾਰਿਆਂ ਨੂੰ ਜਿਸ ਵੇਲੇ ਭੇਟਾਵਾਂ ਆਦਿਕ ਦੇ ਦਿੱਤੀਆਂ ਗਈਆਂ, ਜਥਾ ਜੋਗ ਸਭ ਕੋ ਦੇ ਭਾਗ, ਪਦਮਾ ਪਤ ਕੇ ਰਸ ਅਨੁਰਾਗ, ਕਰ ਕਰ ਭਗਤ ਸਕਲ ਹਰਖਾਏ, ਜਸ ਇੱਕ ਵਾਕ ਜਗਤ ਰਹਿ ਛਾਏ। ਤੋ ਜਿਤਨੇ ਦੇਵਤੇ ਨੇ ਸਾਰੇ ਜਾਣੇ ਇਖਵਾਕ ਰਾਜੇ ਦਾ ਜਸ ਗਾਉਂਦੇ ਪਏ ਨੇ ਕਿ ਇਸ ਨੇ ਬਹੁਤ ਵੱਡਾ ਹਵਨ ਜਗ ਕੀਤਾ ਹੈ। ਤੋ ਉਸ ਵੇਲੇ ਬਿਦ ਹਰ ਹਰ ਆਦਿਕ ਸੁਰ ਸਾਰੇ, ਭਏ ਪ੍ਰਸੰਨ ਭੂਪ ਸਤਕਾਰੇ, ਬਰੰਗ ਬ੍ਰਹੁ ਸਭੂ ਮਿਲ ਕਹਿਓ, ਹਾਥ ਜੋਰ ਨ੍ਰਿਪ ਠਾਂਡੋ ਰਹਿਓ। ਕਹਿੰਦੇ ਨੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤੇ ਹੋਰ ਜਿਤਨੇ ਵੀ ਦੇਵਤੇ ਨੇ, ਸਾਰਿਆਂ ਨੇ ਉਸ ਵੇਲੇ ਇਖਵਾਕ ਰਾਜੇ ਨੂੰ ਆਖਿਆ ਬਰੰਗ ਬ੍ਰਹੁ। ਬਰੰਗ ਬ੍ਰਹੁ ਦਾ ਅਰਥ ਹੈ ਤੂੰ ਕੋਈ ਵਰ ਮੰਗ।
ਤੂੰ ਇਤਨਾ ਵੱਡਾ ਜਗ ਕੀਤਾ ਹੈ, ਸਾਨੂੰ ਸਾਰਿਆਂ ਨੂੰ ਸੱਦਿਆ ਹੈ, ਸਾਰਿਆਂ ਨੂੰ ਭੇਟਾਵਾਂ ਦਿੱਤੀਆਂ ਨੇ, ਦਕਸ਼ਣਾ ਦਿੱਤੀ ਹੈ। ਅਸੀਂ ਤੇਰੇ ਇਸ ਧਰਮ ਦੇ ਕਰਮ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਾਂ, ਤੂੰ ਸਾਡੇ ਕੋਲੋਂ ਕੋਈ ਵਰ ਮੰਗ। ਤੇ ਜਿਸ ਵੇਲੇ ਦੇਵਤਿਆਂ ਨੇ ਇਖਵਾਕ ਰਾਜੇ ਨੂੰ ਵਰ ਮੰਗਣ ਵਾਸਤੇ ਆਖਿਆ, ਸੰਤੋਖ ਸਿੰਘ ਲਿਖਦਾ ਹੈ ਕਿ ਇਹ ਰਾਜਾ ਜਿਹੜਾ ਹੈ ਉੱਠ ਕੇ ਖੜਾ ਹੋ ਗਿਆ। ਕਹਿਤ ਭਇਓ, हे प्रभु सुनीजै, सब परसाना तो ए वर दीजै, जहां निवास आप तुम कीनो, धार आनंद मुझ दर्शन कीनो। राजे ने खड़े होके इन्हां सारे देवतियां नूं आखिया कि जेकर तुसी मेरे ते प्रसन्न होए हो तां मैनूं एक वर दिओ। वो वर की है? वो वर यह है कि इस अग्न कुंड दे दुआले जिथे जिथे आण के तुसी बैठे हो, जिस जिस जगह ते तुसां ने आण के अपने आसन लगाए हैं, मैनूं यह वर दिओ कि यह अग्न कुंड जिहड़ा है यह एक बहुत वड्डा तीर्थ बन जाए। इहो जिहा तीर्थ कि जिथे कोई पापी तो पापी मनुख भी आण के नहावे ते उस दे सारे पाप जिहड़े ने वो कट्टे जाण। इहदे वर्गा दुनिया दे विच होर कोई तीर्थ ना होवे। अग्न कुंड ये तीर्थ होए, कलुख हतै मज्जै नर जोए, हुए जगत में महाप्रकाश, इसके सम द्वितीयो ना पास। ते अग्न कुंड के जिस जिस दिश हो, तिस तिस दिश सदीव तुम बस हो। एक ते ये अग्न कुंड जिहड़ा है ये बहुत वड्डा तीर्थ बने, जिहदे वर्गा दुनिया दे विच होर कोई तीर्थ ना होवे। और दूसरा, इस अग्न कुंड दे दुआले जिथे जिथे तुसी जेड़ा जेड़ा देवता बैठा होया है वो हमेशा वास्ते इस अग्न कुंड दे दुआले, इस तीर्थ दे दुआले अपना निवास रखे। फिर इहाँ आए जो करें स्नान, चौं दिश फिर कर बंधन थान, तिसको सकल करो कल्याण, जन्म जन्म के किल विखान। तां जो कोई भी मनुख जदों आण के इस तीर्थ दे दुआले फिरे, इस तीर्थ की परिक्रमा करे, इत्थे आण के मत्था टेके, उसका कल्याण होवे, उसका जन्म मरण का जिहड़ा है वो खात्मा हो जाए। संतोख सिंह कहंदा कि सुनियो भूप ते सब ने कहियो, पुरुषोत्तम की दिश तब लहियो, श्री नारायण सब दिश हेर, करी कृपा बोले तिसबेर। जदों राजे ने यह बेनती की ते जितने भी देवते सन उन्हां सारे देवतियां ने विष्णु वल नूं देखिया, क्योंकि विष्णु इन्हां सारे देवतियां दा मुखी है, लक्ष्मीपत है, उसनूं तिन्नां लोकां दा पति आखदे ने। ते संतोख सिंह कहंदा कि जिस वेले सारे देवतियां ने विष्णु वल नूं देखिया ते विष्णु ने फिर आखिया, कहण लगा, हे राजन तू बहुत वड्डा भगत है, तेरे मन दा जिहड़ा ये संकल्प है, तू सारी दुनिया का भला करना चाहता है, पर उपकार करना चाहता है, तू सारे लोगों का कल्याण करना चाहता है, इस वास्ते तू साडे कोलों इहो जिहा दान मंगदा पिया है। मन प्रसन्नता ते सब होए, तीर्थ महा लखे सब कोई। असी खुश होके तैनूं ये वर दिंदे हां, ये बहुत वड्डा तीर्थ होएगा, दुनिया देखेगी। पर कहंदे लाखों बरस बिदत अब रहे, पुन छप जाए न कोऊ लहै, 5000 बिते कल काल, तब मम होए अवतार विसाले। पंक्तियां ध्यान मंगदियां ने। किस तरीके दे नाल सानू हिंदुआं दा हिस्सा बनाया जा रहा है और किस तरीके दे नाल साडे आखे जांदे जिहड़े केंद्री अस्थान ने, जिन्होंने असी अपने श्रोमणी अस्थान मानते हैं, जिन्होंने असी कहते हैं कि यह सिक्खी का धुरा ने, सिक्खी के केंद्र ने, किस तरीके दे नाल उन्हां सारे साडे धार्मिक अस्थानां नूं हिंदू धर्म के देवी देवतियां दे अस्थान साबित किया जा रहा है। इस ग्रंथ दे अंदर, जिस ग्रंथ की हर रोज असी गुरुद्वारियां दे विच कथा करते हैं, पर इन्हां ग्रंथां दे विच लिखी हुई ये जिहड़ी सच्चाई है ये लोगों के सामने दसदे नहीं पे। संतोख सिंह कहंदा कि विष्णु ने उस वेले आखिया ये बहुत वड्डा तीर्थ बनेगा, लखां सालां तक ये तीर्थ जिहड़ा है दुनिया के उत्ते मौजूद रहेगा।
फिर की होएगा? कहने लगा ਲੱਖਾਂ सालां तक ये तीर्थ दुनिया दे विच रहन तो बाद फिर ये एक दिन अलोप हो जाएगा, इनू कोई लभ नहीं सकेगा। फिर जदों कलयुग का समा आएगा तो 5000 बिते कल काल, जदों कलयुग का 5000 साल का समा बतीत हो जाएगा, विष्णु आख रहे हैं कि तब मम होए अवतार विशाल, उस वेले मेरा धरती दे उत्ते अवतार होएगा, मैं आप धरती दे उत्ते जाके जन्म लवांगा। किस रूप दे विच? कहंदे श्री नानक निज नाम धरावो, भगत पंथ जग में बिततामो। इन्हां पंक्तियां नूं पढ़न तो बाद ते सानू कोई भुलेखा रहना नहीं चाहिए कि इस आखे जाते इतिहासक स्रोत नूं, इस आखे जाते इतिहासक ग्रंथ नूं लिखण वाले कवि संतोख सिंह जी की सोच की है। वो कहते विष्णु ने आखिया जदों कलयुग 5000 साल समा बतीत हो जाएगा, मैं धरती दे उत्ते जाके जन्म लवांगा, मैं अपना नाम नानक रखवावांगा। जानी कि यह जिहड़ा असीं 10 गुरुआं दा इतिहास आखदे हां, संतोख सिंह असल दे विच इस नूं विष्णु दे 10 अवतारां दा इतिहास बना के बयान कर रहा है। संतोख सिंह कहंदा विष्णु ने उस वेले आखिया, कहन लगा कि मैं अपना नानक नाम रखावांगा कलयुग दे विच, ते फिर जब मैं 3 देह को धरों चतुर्थ तन अपनों पुन करो। अगे पंक्तियां ने देखोगे तुसी स्क्रीन दे उत्ते कि जिस वेले मैं अपने 3 शरीर धारण कर लवांगा, फिर मैं अपना चौथा शरीर धारण करांगा, ते जिस वेले मेरा चौथा जामा होएगा तब यह तीर्थ को बिदताव, मैं अपने चौथे जामे दे विच। इसका भाव जिसनों असीं कहने कि चौथे सतगुरु गुरु रामदास पातशाह महाराज जी का अस्थान है दरबार साहिब, जिहदे वास्ते असीं गुरबाणी दीयां पंक्तियां असीं धक्के दे नाल जोड़दे पए हां कि रामदास सरोवर नाथे, कि गुरु रामदास जी दे सरोवर दे विच नहाउण दे नाल पाप लैंदे हन, जिहड़े असीं इन्हां शब्दां दे अर्थ इस तरीके दे नाल करदे हां धक्के दे नाल। कवि संतोख सिंह लिखदा पिया कि विष्णु आखदा कि मैं अपना चौथा जामा जिस वेले चौथा शरीर धारण करांगा, तब ये तीर्थ को बिदतामो, मैं अपने चौथे जामे दे विच इस तीर्थ नूं, इस अस्थान नूं प्रगट करांगा। फिर पंचम तन ते पक्व बनावो, फिर जिस वेले मेरा 5वां जामा होवेगा, फिर मैं इस सरोवर नूं पक्का करांगा, फिर मैं इस तीर्थ नूं पक्का करांगा। 5वें जामे दे विच की करांगा? सर अंदर सिरजों हर मंदर, जिस मनिंद कित होए ना सुंदर। इस सरोवर दे अंदर मैं हर मंदर दी सिरजना करांगा। कदों? जदों मैं अपने 5वें जामे दे विच आवांगा। इहो जिहा सोहना मंदिर मैं इत्थे हर मंदिर बनावांगा, जिहदे वर्गा होर कोई खूबसूरत मंदिर दुनिया दे विच नहीं होवेगा। उत्थे फिर सतनाम की अदक बड़ाई, करो स्थापत रहे सदाई। फिर इत्थे बस नहीं, फिर विष्णु आखदा कि खष्टम देह धरों मैं जबै, जे स्थान हो बैठो अबै। जिस वेले मैं अपना खष्टम शरीर, 6वां शरीर, 6वां जामा धारण करांगा, ते जिस जगह दे उत्ते मैं हुण बैठा होया हां, सतयुग दे विच जिथे हवन कुंड दे विच जिथे जग हो रहा सी, आहूतियां दित्तियां जा रही सन, ते ओ जग होण वेले विष्णु जिस जगह दे उत्ते बैठा होया सी, संतोख सिंह कहंदा कि विष्णु ने आखिया कि जिथे मैं बैठा होया हां, रच अकाल बुंगा धरनामू, सिरजो तख्त महा अबिरामू। इत्थे मैं एक तख्त की सिरजना करांगा, इत्थे एक खूबसूरत तख्त बनावांगा, और उस तख्त का नाम मैं अकाल बुंगा रखांगा।
फिर बैठो बीच दीवान लगावो, सर्ब जगत को गुरु कहावो। उस अकाल तख्त दे उत्ते बैठ के फिर मैं अपना दरबार सजाया करांगा। कौन आखदा है? विष्णु कहंदा पिया है। कौन लिखदा पिया है? कवि संतोख सिंह लिखदा पिया है। किहड़े ग्रंथ दे विच? उस सूरज प्रकाश ग्रंथ दे अंदर, जिसनों असी अपना इतिहासक स्रोत कह के गुरु ग्रंथ साहिब जी की हजूरी दे विच मंजी दे उत्ते उसका प्रकाश करके उपर रुमाले लगा के हर रोज उसकी कथा ते करते हैं। पर उस ग्रंथ का यह पक्ष जिहड़ा है ये दुनिया के सामने, संगतां के सामने कदे भी नहीं रखते। और कहता पुन मैं सदा बसों इस थान, बंदे अचरज होए जहान। कहता फिर मैं सदा वास्ते इस अस्थान दे उत्ते वस जावांगा। लोकी आया करनगे, लोकी आण के मैनू नमस्कारां करया करनगे, मैनू वंदना करया करनगे। जोत अपनी नीत बसावो, महा तेज सब मैं बिदतामो। इन पुरुषोत्तम नृप सो कहो, पुन ब्रह्मा की दिश को चहो। रुद्र सरोद्र आद सब जई, होए प्रसन्न बर पाखत सही। अगलियां पंक्तियां भी ध्यान मंगदियां ने कि जिस वेले विष्णु ने यह वर दे दिता, राजे नूं यह आख दिता, ते फिर ब्रह्मा वल नूं देखिया। फिर जिहड़े बाकी उत्थे देवते बैठे हन उन्हां वल नूं देखिया, ते ओ ब्रह्मा ते बाकी भी जितने उत्थे देवते बैठे हुए सन, उन्हां सारियां ने भी खुश होके राजे नूं यही वर दिता कि आखिया, कहण लगे निज निज थल हम सब ही रहें, तीन लोकपत संगी अहें। इस प्रकार नृप को बर दीने, पुनो विसर्जन सगरे कीने। जिन्ने उथे देवते 33 करोड़ देवते जिहड़े उथे उस वेले जग कर रहे सन, उन्हां सारिਆਂ ने यह आख्या कि जे विष्णु भगवान दा यह वर है कि जिथे मैं बैठा हाँ इत्थे अकाल तख्त बनावांगा, इत्थे बैठ के मैं अपना दरबार सजाया करांगा। जे विष्णु भगवान यह वर दे रहे ने कि मैं अपने चौथे जामे दे विच इत्थे तीरथ नूं प्रगट करांगा, पंजवें जामे दे विच उस तीरथ नूं मैं सरोवर नूं पक्कियां करांगा, उस सरोवर दे अंदर एक इहो जिहा सुंदर हरमंदर बनावांगा जिहदे बराबर दा मंदिर दुनिया दे अंदर होर किधरे भी नहीं होवेगा। छेवें जामे दे विच मैं अकाल तख्त की सिरजना करके इत्थे दीवान लगाया करांगा। जे विष्णु भगवान ये वर दे रहे ने ते असी भी सारे दे सारे देवते इस राजे इक्ष्वाक नूं ये वर दिंदे हां कि जिस वेले ये तीर्थ बनेगा, असी जिस जिस जगह दे उत्ते हुण बैठे हां, जदों ये तीर्थ प्रगट होएगा, असी भी हमेशा वास्ते इसे इसे जगह दे उत्ते आण के अपना वासा कर लवांगे। कवि संतोख सिंह कहते हैं कि यह वर जिहड़ा है ये विष्णु ने और उस जग दे विच शामिल होने वास्ते आए हुए 33 करोड़ देवतियां ने राजे इक्ष्वाक नूं दिता। फिर इत्थे बस ने अगां ते होर कह दिता, कहण लगा इसे तरीके दे नाल नृप इक्ष्वाक इस प्रकार नृप को वर दीने, पुनो विसर्जन सगरे कीने। इस तरीके दे नाल राजे नूं वर दिता गया। फिर सारिਆਂ नूं विदा कर दिता गया। नृप इक्ष्वाक प्रताप विसाला, क्षत्री वंश जगत में चाला, रामचंद आदिक सिरमौर पाए अनेक सुराजा और। वो कहंदा उस इक्ष्वाक राजे तो क्षत्री वंश जिहड़ा है वो जगत दे विच चलिया, उहदे विच रामचंद्र वर्गे फिर अनेकां जिहड़े होर राजे ने पैदा होए। कहंदा सोई वंश चलियो जग आवा, सब प्रसंग प्रथम जो भयो, श्री गुर अमर विचारन कयो। सोई बंस चलियो जग आवा, बेदी कुल सोधी प्रगटावा। ते उसे रामचंद्र दा वंश चलिया आउंदा है, उसे वंश दे विचों बेदी पैदा होए ने, उसे वंश दे विचों जिहड़े ने वो सोधी पैदा होए ने। वो सारा प्रसंग जिहड़ा पहलां बीत चुका है,
ਕਵੀ ਸੰਤੋਖ ਸਿੰਘ ਕਹਿੰਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਪਿਛਲੇ ਯੁੱਗ ਦੇ ਅੰਦਰ ਬੀਤੇ ਹੋਏ ਉਸ ਸਾਰੇ ਪ੍ਰਸੰਗ ਨੂੰ ਯਾਦ ਕੀਤਾ ਤੇ ਜਿਹੜਾ ਇਹ ਨਵਾਂ ਤੀਰਥ ਅੰਮ੍ਰਿਤਸਰ ਦਾ ਹੈ, ਇਸ ਤੀਰਥ ਨੂੰ ਪ੍ਰਗਟਾਉਣ ਦੀ ਵਿਚਾਰ ਜਿਹੜੀ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ। ਤੇ ਜਰਾ ਕੋ ਧਿਆਨ ਲਗਾ ਕੇ ਸੋਚੋ, ਜੇ ਵਾਕਿਆ ਹੀ ਇਹ ਸਾਡਾ ਇਤਿਹਾਸ ਦਾ ਗ੍ਰੰਥ ਹੈ, ਇਤਿਹਾਸ ਦਾ ਸਰੋਤ ਹੈ, ਤੇ ਕਿਸ ਤਰੀਕੇ ਦੇ ਨਾਲ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਸਿੱਖ ਜਿਹੜੇ ਹਨ ਇਹ ਇੱਕ ਵੱਖਰੀ ਕੌਮ ਹੈ, ਖਾਲਸਾ ਜਿਹੜਾ ਹੈ ਇਹ ਨਿਆਰਾ ਹੈ, ਕਿ ਸਾਡੇ ਆਖੇ ਜਾਂਦੇ ਇਹ ਕੇਂਦਰੀ ਅਸਥਾਨ, ਅਸੀਂ ਪੰਜਾਂ ਤਖਤਾਂ ਦੇ ਵਿੱਚੋਂ ਕਹਿੰਦੇ ਹਾਂ ਅਕਾਲ ਤਖਤ ਸਭ ਤੋਂ ਮਹਾਨ ਹੈ, ਸਾਰੇ ਗੁਰ ਅਸਥਾਨਾਂ ਦੇ ਵਿੱਚੋਂ ਅਸੀਂ ਕਹਿੰਦੇ ਹਾਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਿਹੜਾ ਹੈ ਇਹ ਸਭ ਤੋਂ ਮਹਾਨ ਹੈ, ਇਹ ਸਿੱਖੀ ਦਾ ਧੁਰਾ ਹੈ, ਇਹ ਸਿੱਖੀ ਦਾ ਕੇਂਦਰ ਹੈ, ਇਹ ਸਿਫਤੀ ਦਾ ਘਰ ਹੈ। ਗੁਰਬਾਣੀ ਦੀਆਂ ਪੰਕਤੀਆਂ ਅਸੀਂ ਵਰਤਦੇ ਹਾਂ ਵੀ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਕਿ ਦੁਨੀਆ ਦੇ ਵਿੱਚ ਇਹਦੇ ਵਰਗਾ ਅਸਥਾਨ ਕੋਈ ਹੋਰ ਹੈ ਹੀ ਨਹੀਂ। ਜਿੰਨੇ ਤੀਰਥ ਨੇ, ਜਿੰਨੇ ਹੋਰ ਸਰੋਵਰ ਨੇ, ਉਹਨਾਂ ਸਾਰਿਆਂ ਦੇ ਨਾਲੋਂ ਅਸੀਂ ਆਖਦੇ ਹਾਂ ਕਿ ਅੰਮ੍ਰਿਤਸਰ ਦੇ ਸਰੋਵਰ ਦੀ ਵਡਿਆਈ ਸਭ ਤੋਂ ਜ਼ਿਆਦਾ ਹੈ। ਉੱਥੇ ਨਹਾਉਣ ਦੇ ਨਾਲ ਸਾਰੇ ਪਾਪ ਲਹਿ ਜਾਂਦੇ ਹਨ। ਪਰ ਦੂਸਰੇ ਪਾਸੇ ਜਿਸ ਗ੍ਰੰਥ ਦੀ ਅਸੀਂ ਕਥਾ ਕਰਦੇ ਹਾਂ, ਜਿਸ ਗ੍ਰੰਥ ਦੇ ਸੰਬੰਧ ਵਿੱਚ ਅਸੀਂ ਕਹਿੰਦੇ ਹਾਂ ਕਿ ਇਸ ਗ੍ਰੰਥ ਨੂੰ ਲਿਖਣ ਵਾਲੇ ਸੰਤੋਖ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 72 ਵਾਰੀ ਦਰਸ਼ਨ ਦਿੱਤੇ ਸਨ। ਆਪ ਦਰਸ਼ਨ ਦੇ ਕੇ ਉਹਦੇ ਕੋਲੋਂ ਇਹ ਇਤਿਹਾਸ ਦਾ ਗ੍ਰੰਥ ਲਿਖਵਾਇਆ ਗਿਆ ਸੀ। ਜਿਸ ਸੰਤੋਖ ਸਿੰਘ ਦੇ ਸੰਬੰਧ ਵਿੱਚ ਅਸੀਂ ਕਹਿੰਦੇ ਹਾਂ ਉਹ ਹਰ ਰੋਜ਼ 4-4 5-5 ਘੰਟੇ ਸਿਮਰਨ ਕਰਦਾ ਸੀ ਇਤਿਹਾਸ ਲਿਖਣ ਤੋਂ ਪਹਿਲਾਂ, ਤੇ ਜਿਹੜੀ ਉਹਦੀ ਲਿਖਤ ਹੈ ਉਹ ਲਿਖਤ ਇਹ ਸਾਬਤ ਕਰਦੀ ਹੈ ਇਹ ਅਸਥਾਨ ਸਿੱਖਾਂ ਦੇ ਅਸਥਾਨ ਨਹੀਂ ਹਨ। ਚਾਹੇ ਉਹ ਅਕਾਲ ਤਖਤ ਹੈ, ਉਹ ਸਿੱਖਾਂ ਦਾ ਤਖਤ ਨਹੀਂ ਹੈ। ਕਵੀ ਸੰਤੋਖ ਸਿੰਘ ਅਨੁਸਾਰ ਉਹ ਵਿਸ਼ਨੂੰ ਦਾ ਆਪਣਾ ਬਣਾਇਆ ਹੋਇਆ ਤਖਤ ਹੈ ਔਰ ਉਸ ਤਖਤ ਦੇ ਉੱਤੇ ਵਿਸ਼ਨੂੰ ਨਿਵਾਸ ਕਰਦਾ ਹੈ। ਹਰਮੰਦਰ ਸਾਹਿਬ, ਦਰਬਾਰ ਸਾਹਿਬ ਸਿੱਖਾਂ ਦਾ ਅਸਥਾਨ ਨਹੀਂ ਹੈ, ਉਹ ਵਿਸ਼ਨੂੰ ਦਾ ਮੰਦਰ ਹੈ। ਉਹ ਸਰੋਵਰ ਜਿਹੜਾ ਹੈ ਉਹ ਹਿੰਦੂਆਂ ਦਾ ਸਰੋਵਰ ਹੈ। ਉਹ ਸਤਜੁਗ ਦੇ ਸਮੇਂ ਦਾ ਉਹ ਅਗਨ ਕੁੰਡ ਹੈ ਜਿੱਥੇ ਜਗ ਕੀਤਾ ਗਿਆ ਸੀ। ਔਰ ਇਹ ਸਰੋਵਰ ਐਸਾ ਹੈ ਜਿਸ ਦੇ ਆਲੇ ਦੁਆਲੇ 33 ਕਰੋੜ ਦੇਵਤੇ ਬੈਠੇ ਹਨ। ਸੰਪਰਦਾਇ ਪ੍ਰਚਾਰਕ ਤੇ ਅੱਜ ਵੀ ਇਹ ਪ੍ਰਚਾਰ ਕਰੀ ਜਾਂਦੇ ਹਨ। ਉਹ ਤੇ ਇਸੇ ਤਰੀਕੇ ਦੇ ਨਾਲ ਆਖੀ ਜਾਂਦੇ ਹਨ ਕਿ ਇੱਥੇ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੈ। ਪਰ ਕੀ ਅਸੀਂ ਇਸ ਸੱਚਾਈ ਨੂੰ ਪ੍ਰਵਾਨ ਕਰ ਸਕਾਂਗੇ? ਜਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਨੇ ਇਸ ਗ੍ਰੰਥ ਦੇ ਅੰਦਰ ਬਿਆਨ ਕੀਤੀ ਹੈ, ਬਹੁਤ ਜ਼ਿਆਦਾ ਸਾਡੇ ਇਹ ਵਿਚਾਰਨ ਦਾ ਵਿਸ਼ਾ ਹੈ। ਆਪਣੇ ਇਹਨਾਂ ਆਖੇ ਜਾਂਦੇ ਇਤਿਹਾਸਕ ਗ੍ਰੰਥਾਂ ਦੇ ਉੱਤੇ ਜੇਕਰ ਅੱਜ ਅਸੀਂ ਲਕੀਰ ਮਾਰ ਕੇ ਇਹਨਾਂ ਨੂੰ ਆਪਣੇ ਤੋਂ ਵੱਖਰਾ ਨਹੀਂ ਕਰਦੇ, ਸਿੱਖੀ ਦੇ ਵਿਹੜੇ ਵਿੱਚੋਂ ਕੱਢ ਕੇ ਇਹਨਾਂ ਗ੍ਰੰਥਾਂ ਨੂੰ ਕੱਢ ਕੇ ਬਾਹਰ ਨਹੀਂ ਸੁੱਟਦੇ, ਤੇ ਉਹ ਸਮਾਂ ਦੂਰ ਨਹੀਂ ਜਿਸ ਸਮੇਂ ਦੇ ਅੰਦਰ ਹਿੰਦੂ ਸਮਾਜ ਸਾਡੇ ਹੀ ਆਖੇ ਜਾਂਦੇ ਇਹਨਾਂ ਇਤਿਹਾਸਕ ਗ੍ਰੰਥਾਂ ਦਾ ਹਵਾਲਾ ਦੇ ਕੇ, ਇਹਨਾਂ ਦੇ ਸਬੂਤ ਦੇ ਕੇ ਉਹ ਸਾਬਤ ਕਰੇਗਾ ਕਿ ਇਹ ਜਿਤਨੇ ਵੀ ਅਸਥਾਨ ਹਨ ਇਹ ਹਿੰਦੂ ਧਰਮ ਦੇ ਅਸਥਾਨ ਹਨ, ਇਹਨਾਂ ਦਾ ਸਿੱਖਾਂ ਦੇ ਨਾਲ ਕੋਈ ਸੰਬੰਧ ਨਹੀਂ। ਜੇ ਸਿੱਖਾਂ ਨੇ ਇਹਨਾਂ ਅਸਥਾਨਾਂ ਦੇ ਨਾਲ ਆਪਣਾ ਸੰਬੰਧ ਜੋੜਨਾ ਹੈ ਤੇ ਇਹਨਾਂ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਹੀ ਜਜ਼ਬ ਹੋਣਾ ਪਵੇਗਾ। ਇਹਨਾਂ ਨੂੰ ਮੰਨਣਾ ਪਵੇਗਾ ਕਿ ਅਸੀਂ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹਾਂ, ਹਿੰਦੂ ਧਰਮ ਦੀ ਹੀ ਇੱਕ ਬ੍ਰਾਂਚ ਹਾਂ, ਹਿੰਦੂ ਧਰਮ ਦੀ ਹੀ ਇੱਕ ਟਾਹਣੀ ਹਾਂ। ਸਿੱਖ ਇੱਕ ਵੱਖਰੀ ਕੌਮ ਨਹੀਂ ਹੈ। ਤੇ ਜੇ ਅਸੀਂ ਆਪਣੀ ਸਿੱਖ ਇੱਕ ਵੱਖਰੀ ਕੌਮ ਦਾ ਦਾਅਵਾ ਬਰਕਰਾਰ ਰੱਖਣਾ ਹੈ ਤੇ ਜਿਤਨੀ ਜਲਦੀ ਹੋ ਸਕੇ ਇਹਨਾਂ ਗ੍ਰੰਥਾਂ ਦੇ ਉੱਤੇ ਸਾਨੂੰ ਲਾਲ ਲਕੀਰ ਮਾਰਨ ਦਾ ਹੌਸਲਾ ਕਰਨਾ ਪਵੇਗਾ। ਪਰ ਬਦਕਿਸਮਤੀ ਸਾਡੇ ਪ੍ਰਚਾਰਕ ਇਸ ਗ੍ਰੰਥ ਦੇ ਵਿੱਚੋਂ ਇਹੋ ਜਿਹੇ ਅਧਿਆਏ ਜਿਹੜੇ ਨੇ ਸਕਿਪ ਕਰੀ ਜਾਂਦੇ ਹਨ। ਇਹਨਾਂ ਗ੍ਰੰਥਾਂ ਦੀ ਸੱਚਾਈ ਜਿਹੜੀ ਹੈ ਉਹ ਸੰਗਤ ਦੇ ਸਾਹਮਣੇ ਨਹੀਂ ਰੱਖਦੇ ਪਏ, ਉਹਦੇ ਉੱਤੇ ਪਰਦੇ ਪਾਉਂਦੇ ਨੇ।
ਜਾਂ ਕਿਧਰੇ ਲਿਖਿਆ ਕੁਝ ਹੋਰ ਹੁੰਦਾ ਹੈ, ਉਸ ਨੂੰ ਬਿਆਨ ਕਿਸੇ ਹੋਰ ਤਰੀਕੇ ਦੇ ਨਾਲ ਕਰੀ ਜਾ ਰਹੇ ਹਨ। ਇੱਥੇ ਹੀ ਬਸ ਨਹੀਂ, ਡਾਕਟਰ ਅਜੀਤ ਸਿੰਘ ਔਲਖ ਜਿਨ੍ਹਾਂ ਨੇ ਇਸ ਸਾਰੇ ਸੂਰਜ ਪ੍ਰਕਾਸ਼ ਗ੍ਰੰਥ ਨੂੰ 11 ਪੋਥੀਆਂ ਦੇ ਵਿੱਚ ਇਹਦੀ ਕਥਾ ਲਿਖੀ ਹੈ, ਇਹਦੇ ਅਰਥ ਲਿਖੇ ਹਨ। ਜਦੋਂ ਮੈਂ ਉਸ ਦੇ ਲਿਖੇ ਹੋਏ ਸਟੀਕ ਦੇ ਵਿੱਚੋਂ ਇਸ ਪ੍ਰਸੰਗ ਨੂੰ ਦੇਖ ਰਿਹਾ ਸੀ ਤੇ ਆਪ ਹੈਰਾਨ ਹੋਵੋਗੇ, ਉਸ ਡਾਕਟਰ ਅਜੀਤ ਸਿੰਘ ਔਲਖ ਨੇ ਇਹ ਪੂਰੇ ਦਾ ਪੂਰਾ ਅਧਿਆਇ ਹੀ ਇਸ ਗ੍ਰੰਥ ਦੇ ਵਿੱਚੋਂ ਗਾਇਬ ਕਰ ਦਿੱਤਾ ਹੈ। ਤੁਸੀਂ ਸਕਰੀਨ ਦੇ ਉੱਤੇ ਦੇਖੋਗੇ ਇੱਕ ਨੋਟ ਉਸਨੇ ਲਿਖਿਆ ਹੈ ਜਿਹੜਾ ਤਤਕਰੇ ਦੇ ਵਿੱਚ ਦਿੱਤਾ ਹੋਇਆ ਹੈ। ਉਸ ਨੋਟ ਦੇ ਵਿੱਚ ਉਸਨੇ ਲਿਖਿਆ ਹੈ ਕਿ ਅਧਿਆਇ 4 ਤੋਂ ਲੈ ਕੇ 11 ਤੱਕ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਨਾ ਹੋਣ ਕਰਕੇ ਸ਼ਾਮਲ ਨਹੀਂ ਕੀਤੇ ਗਏ ਹਨ। ਅਧਿਆਇ 4 ਤੋਂ ਲੈ ਕੇ ਅਧਿਆਇ 11 ਤੱਕ ਤਕਰੀਬਨ 8 ਅਧਿਆਇ, ਜਿਨ੍ਹਾਂ ਦਾ ਤਕਰੀਬਨ 100 ਪੰਨਾ ਬਣਦਾ ਹੋਵੇਗਾ, ਯਾਨੀ ਕਿ 100 ਪੰਨਾ ਜਿਹੜਾ ਹੈ ਇਹਦੇ ਵਿੱਚੋਂ ਸਕਿਪ ਕਰ ਦਿੱਤਾ ਗਿਆ। ਬਹਾਨਾ ਕੀ ਲਗਾਇਆ ਗਿਆ ਕਿ ਇਹ ਅਧਿਆਇ 4 ਤੋਂ ਲੈ ਕੇ 11 ਤੱਕ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਨਹੀਂ ਹਨ, ਇਸ ਵਾਸਤੇ ਇਹ ਸ਼ਾਮਲ ਨਹੀਂ ਕੀਤੇ ਗਏ। ਜਦਕਿ ਸੱਚਾਈ ਇਹ ਹੈ ਅਧਿਆਇ 4 ਤੋਂ ਲੈ ਕੇ 10ਵੇਂ ਅਧਿਆਇ ਤੱਕ ਜਿਹੜੇ 7 ਅਧਿਆਇ ਨੇ ਉਹ ਬਿਨਾਂ ਸ਼ੱਕ ਅਕਬਰ ਦੇ ਨਾਲ, ਜੈਮਲ ਫਤਿਹ ਦੇ ਨਾਲ, ਚਿਤੌੜਗੜ੍ਹ ਦੇ ਕਿਲੇ ਦੀ ਲੜਾਈ ਦੇ ਨਾਲ ਉਹਦੇ ਨਾਲ ਸੰਬੰਧਿਤ ਹਨ। ਪਰ ਉਸੇ ਹੀ ਆੜ ਦੇ ਵਿੱਚ 11ਵਾਂ ਅਧਿਆਇ ਵੀ ਸਕਿਪ ਕਰ ਦਿੱਤਾ ਗਿਆ, 11ਵਾਂ ਅਧਿਆਇ ਵੀ ਕੱਢ ਦਿੱਤਾ ਗਿਆ ਕਿ ਇਹ ਅਧਿਆਇ ਗੁਰੂ ਸਾਹਿਬ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਨਹੀਂ ਹਨ। ਅਸੀਂ ਇਹ ਬੇਈਮਾਨੀ ਕਰ ਸਕਦੇ ਹਾਂ, ਲੋਕਾਂ ਨੂੰ ਧੋਖਾ ਦੇ ਸਕਦੇ ਹਾਂ, ਸੰਗਤ ਨੂੰ ਧੋਖਾ ਦੇ ਸਕਦੇ ਹਾਂ, ਜਿਹੜੀਆਂ ਸਾਡੇ ਸਾਹਮਣੇ ਸਿਰ ਸੁੱਟ ਕੇ ਨੀਵੀਂ ਪਾ ਕੇ ਬੈਠੀਆਂ ਕਥਾ ਸੁਣਦੀਆਂ ਪਈਆਂ ਹਨ। ਪਰ ਯਾਦ ਰੱਖਿਓ, ਜਿਨ੍ਹਾਂ ਦੇ ਹੱਕ ਦੇ ਵਿੱਚ ਇਹ ਅਧਿਆਏ ਜਾਂਦੇ ਹਨ, ਉਹਨਾਂ ਨੇ ਇਹ ਅਧਿਆਏ ਜਿਹੜੇ ਹਨ ਲੁਕੋ ਕੇ ਨਹੀਂ ਰੱਖਣੇ। ਉਹਨਾਂ ਨੇ ਇਹਨਾਂ ਅਧਿਆਇਆਂ ਦੇ ਉੱਤੇ ਪਰਦਾ ਨਹੀਂ ਪਾਉਣਾ। ਉਹਨਾਂ ਨੇ ਇਹ ਅਧਿਆਏ ਜਿਹੜੇ ਹਨ ਇਹੀ ਲੋਕਾਂ ਦੇ ਸਾਹਮਣੇ, ਸੰਸਾਰ ਦੇ ਸਾਹਮਣੇ ਰੱਖਣੇ ਹਨ ਕਿ ਜੇ ਇੱਕ ਪਾਸੇ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਇਹ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਜਿਹੜੇ ਨੇ ਸਾਡੇ ਇਤਿਹਾਸਕ ਸਰੋਤ ਨੇ, ਤੇ ਫਿਰ ਇਹ ਇਤਿਹਾਸਕ ਸਰੋਤ ਆਖੇ ਜਾਂਦੇ ਗ੍ਰੰਥ ਜਿਹੜੇ ਨੇ ਇਹ ਸਾਬਤ ਕਰਦੇ ਪਏ ਨੇ ਕਿ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਚਾਹੇ ਹਰਮੰਦਰ ਸਾਹਿਬ ਹੈ, ਚਾਹੇ ਅੰਮ੍ਰਿਤਸਰ ਦਾ ਸਰੋਵਰ ਹੈ, ਇਹ ਸਾਰੇ ਦੇ ਸਾਰੇ ਅਸਥਾਨ ਸਿੱਖ ਧਰਮ ਦੇ ਅਸਥਾਨ ਨਹੀਂ ਹਨ, ਬਲਕਿ ਇਹ ਹਿੰਦੂ ਧਰਮ ਦੇ ਅਸਥਾਨ ਹਨ। ਇਹਨਾਂ ਦਾ ਸੰਬੰਧ ਵਿਸ਼ਨੂੰ ਦੇ ਨਾਲ ਜੁੜਿਆ ਹੋਇਆ ਹੈ। ਅਕਾਲ ਤਖਤ ਜਿਹੜਾ ਹੈ ਇਹ ਵਿਸ਼ਨੂੰ ਦਾ ਤਖਤ ਹੈ ਤੇ ਵਿਸ਼ਨੂੰ ਹੀ ਵਾਸਤਵ ਦੇ ਵਿੱਚ ਗੁਰੂ ਹਰਗੋਬਿੰਦ ਬਣ ਕੇ ਇਸ ਸੰਸਾਰ ਦੇ ਉੱਤੇ ਆਇਆ। ਦਰਬਾਰ ਸਾਹਿਬ ਜਿਹੜਾ ਹੈ ਇਹਦਾ ਗੁਰੂ ਰਾਮਦਾਸ ਜੀ ਦੇ ਨਾਲ ਸੰਬੰਧ ਨਹੀਂ ਹੈ, ਇਹਦਾ ਵਿਸ਼ਨੂੰ ਦੇ ਨਾਲ ਸੰਬੰਧ ਹੈ, ਕਿਉਂਕਿ ਵਿਸ਼ਨੂੰ ਨੇ ਹੀ ਗੁਰੂ ਰਾਮਦਾਸ ਜੀ ਦਾ ਰੂਪ ਧਾਰਨ ਕੀਤਾ ਹੈ। ਵਿਸ਼ਨੂੰ ਨੇ ਹੀ 10 ਜਾਮੇ ਧਾਰਨ ਕੀਤੇ ਹਨ। ਵਿਸ਼ਨੂੰ ਦਾ ਹੀ 5ਵਾਂ ਜਾਮਾ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਦਾ ਹੈ, ਜਿਸ ਨੇ ਇਸ ਸਰੋਵਰ ਨੂੰ ਪੱਕਾ ਕੀਤਾ ਔਰ ਜਿਸ ਨੇ ਇਸ ਸਰੋਵਰ ਦੇ ਅੰਦਰ ਹਰਮੰਦਰ ਦੀ ਉਸਾਰੀ ਕੀਤੀ। ਤੇ ਜੋ ਹਾਲ ਅੱਜ ਸੈਂਕੜੇ ਸਾਲਾਂ ਬਾਅਦ ਬਾਬਰੀ ਮਸਜਿਦ ਦਾ ਹੋਇਆ ਹੈ, ਅਸੀਂ ਸੁਚੇਤ ਨਾ ਹੋਏ, ਅਸੀਂ ਇਹਨਾਂ ਗ੍ਰੰਥਾਂ ਦੇ ਨਾਲੋਂ ਆਪਣਾ ਸੰਬੰਧ ਨਾ ਤੋੜਿਆ, ਇਹਨਾਂ ਗ੍ਰੰਥਾਂ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਨਾ ਕੀਤਾ, ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਜੇਕਰ ਨਾ ਆਖੀ, ਤੇ ਆਉਣ ਵਾਲੇ ਸਮੇਂ ਦੇ ਅੰਦਰ ਬਾਬਰੀ ਮਸਜਿਦ ਵਾਲਾ ਹਾਲ ਸਾਡੇ ਇਹਨਾਂ ਅਸਥਾਨਾਂ ਦੇ ਨਾਲ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।